ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਅਕਾਲੀਆਂ ਦੀ ਜੋ ਕਿਰਦਾਰ ਹੈ, ਜੋ ਰਾਜਨੀਤਿਕ ਲੋਕ ਆਮ ਸਿੱਖ ਨਾਲ ਵਿਹਾਰ ਕਰਦੇ ਨੇ ਤੇ ਉਹਨਾਂ ਦਾ ਆਪਾਂ ਕੁਝ ਚਿੱਠਾ ਫਰੋਲਣਾ ਹੈ। ਅੱਜ ਨੇੜੇ ਹੀ ਸਮੇਂ ਦੇ ਵਿੱਚ ਸ਼ੁਭਦੀਪ ਸਿੰਘ, ਜਿਹਨੂੰ ਆਪਾਂ ਸਿੱਧੂ ਮੂਸੇਵਾਲਾ ਕਰਕੇ ਜਾਣਦੇ ਹਾਂ, ਉਸ ਦੀ ਅਚਨਚੇਤੀ ਜੋ ਘਟਨਾ ਦੇ ਨਾਲ ਗੈਂਗਸਟਰਾਂ ਵੱਲੋਂ ਕਿਹਾ ਜਾਂਦਾ ਹੈ ਮੌਤ ਹੋਈ ਹੈ, ਉਹਦੇ ਤੇ ਆਪੋ ਆਪਣੀਆਂ ਰੋਟੀਆਂ ਸੇਕਣ ਲੱਗੇ ਹੋਏ ਨੇ ਲਗਭਗ ਸਾਰੇ ਦੇ ਸਾਰੇ ਰਾਜਨੀਤਿਕ ਲੀਡਰ। ਤੇ ਇੱਕ ਉਹ ਸਮਾਂ ਸੀ ਜਦੋਂ ਲੀਡਰ ਮੋਹਰੀ ਹੋ ਕੇ ਮੁਸ਼ਕਲਾਂ ਝੱਲਣ ਦੇ ਵਿੱਚ, ਜੇਲ੍ਹੀ ਜਾਣ ਦੇ ਵਿੱਚ ਕੰਮ ਕਰਦੇ ਸੀ ਤੇ ਲੋਕ ਉਹਨਾਂ ਦੇ ਪਿੱਛੇ ਚੱਲਦੇ ਸੀ। ਤੇ ਅੱਜ ਲੀਡਰਾਂ ਨੇ ਦੂਜਾ ਰਸਤਾ ਅਖਤਿਆਰ ਕਰ ਲਿਆ ਕਿ ਲੋਕਾਂ ਨੂੰ ਜੇਲ੍ਹਾਂ 'ਚ ਭੇਜੋ, ਲੋਕਾਂ ਨੂੰ ਫਾਂਸੀ ਲਗਵਾਓ, ਲੋਕਾਂ ਤੋਂ ਨੂੰ ਉਮਰ ਕੈਦ ਕਰਵਾਓ ਤੇ ਲੋਕਾਂ ਤੋਂ ਮੁਜ਼ਾਹਰੇ ਕਰਵਾਓ, ਉਹਨਾਂ ਤੇ ਗੋਲੀਆਂ ਚਲਵਾਓ ਤੇ ਜਾਂ ਫਿਰ ਕੋਈ ਹੋਰ ਵੱਡਾ ਕਾਰਾ ਕਰਵਾ ਦਿਓ। ਲੀਡਰ ਪਿੱਛੇ ਹੋ ਕੇ ਤਮਾਸ਼ਾ ਵੇਖਣਗੇ ਤੇ ਉਹਨਾਂ ਦੇ ਨਾਮ ਦੀ ਵਰਤੋਂ ਕਰਕੇ ਫਿਰ ਕੁਰਸੀਆਂ ਦਾ ਆਨੰਦ ਮਾਣਨਗੇ। ਮੈਂ ਤੁਹਾਨੂੰ ਦੋ ਘਟਨਾਵਾਂ ਸੁਣਾਉਣ ਲੱਗਿਆ, ਕੇਵਲ ਸੰਖੇਪ। ਮਾਸਟਰ ਤਾਰਾ ਸਿੰਘ ਨੇ ਭੁੱਖ ਹੜਤਾਲ ਰੱਖ ਦਿੱਤੀ ਲਗਭਗ 1965 ਦੇ ਵਿੱਚ, ਪਰ ਉਹ ਭੁੱਖ ਹੜਤਾਲ ਬਰਦਾਸ਼ਤ ਨਾ ਕਰ ਸਕਿਆ, ਉਹ ਤੋਂ ਪੂਰ ਨਾ ਚੜੀ। ਉਹਨੇ ਭੁੱਖ ਹੜਤਾਲ ਤੋੜ ਦਿੱਤੀ ਤੇ ਸਿੱਖ ਪੰਥ ਦੇ ਵਿੱਚ ਪੂਰੀ ਤਰ੍ਹਾਂ ਬਦਨਾਮ ਹੋ ਗਿਆ। ਉਹਦੀ ਲੀਡਰੀ ਪੂਰੀ ਤਰ੍ਹਾਂ ਫੇਲ ਹੋ ਗਈ, ਕਮਜ਼ੋਰ ਹੋ ਗਈ ਤੇ ਉਹਦੀ ਥਾਂ ਤੇ ਆ ਗਿਆ ਫਿਰ ਇੱਕ ਬਾਬਾ ਸੰਤ ਫਤਿਹ ਸਿੰਘ, ਅਕਾਲੀ ਦਲ ਦਾ ਪ੍ਰਧਾਨ। ਹੁਣ ਮਾਸਟਰ ਤਾਰਾ ਸਿੰਘ ਨੂੰ ਗਲਤ ਸਿੱਧ ਕਰਨ ਵਾਸਤੇ ਉਹਨੂੰ ਵੀ ਕੋਈ ਉਹੋ ਜਿਹਾ ਕੰਮ ਕਰਨਾ ਪੈਣਾ ਸੀ। ਉਹਨੇ ਭੁੱਖ ਹੜਤਾਲ ਤਾਂ ਅਕਾਲ ਤਖਤ ਤੇ ਜਾ ਕੇ ਕੀਤੀ ਹੀ ਕੀਤੀ, ਨਾਲ ਅਗਨ ਕੁੰਡ ਵੀ ਬਣਵਾ ਲਏ ਕਿ ਜੇ ਤੁਸੀਂ ਪੰਜਾਬੀ ਸੂਬਾ ਇਸ ਤਰੀਕ ਤੱਕ ਨਾ ਬਣਾ ਕੇ ਦਿੱਤਾ ਸਾਨੂੰ, ਤਾਂ ਮੈਂ ਭੁੱਖ ਹੜਤਾਲ ਤਾਂ ਕੀਤੀ ਹੈ ਤੇ ਇਹਨਾਂ ਅਗਨ ਕੁੰਡਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗਾ, ਸੜ ਜਾਵਾਂ, ਸੜ ਕੇ ਮਰ ਜਾਵਾਂਗਾ ਮੈਂ। ਤਾਂ ਸਰਕਾਰ ਨੇ ਥੋੜ੍ਹੀ ਬਹੁਤੀ ਗੱਲ ਮੰਨ ਲਈ ਪੰਜਾਬੀ ਸੂਬੇ ਵਾਲੀ, ਪਰ ਪੰਜਾਬੀ ਸੂਬਾ ਜਿਹੋ ਜਿਹਾ ਚਾਹੁੰਦੇ ਸੀ ਉਹੋ ਜਿਹਾ ਨਹੀਂ ਦਿੱਤਾ ਗਿਆ ਤੇ ਫਤਿਹ ਸਿੰਘ ਨੂੰ ਬਚਾ ਲਿਆ ਗਿਆ। ਉਸ ਤੋਂ ਬਾਅਦ ਲੀਡਰਾਂ ਨੇ ਇਹ ਸੋਚ ਲਿਆ, ਸਮਝ ਲਿਆ ਕਿ ਆਪਾਂ ਹੁਣ ਆਪ ਮੋਹਰੀ ਹੋ ਕੇ ਇਹੋ ਜਿਹਾ ਕੰਮ ਨਹੀਂ ਕਰਨਾ, ਦੂਜੇ ਸਿੱਖਾਂ ਕੋਲੋਂ ਇਹ ਕੰਮ ਕਰਵਾਉਣੇ ਨੇ। ਹੁਣ ਅੱਗੇ ਆਪਾਂ ਇੱਕ ਇੱਕ ਗੱਲ ਦਾ ਸੰਖੇਪ ਵਿਚਾਰ ਕਰਦੇ ਹਾਂ। 1975 ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਗੂ ਕਰ ਦਿੱਤੀ ਤੇ ਹੋਰ ਵੀ ਲੀਡਰ ਪਕੜ ਲਏ, ਪਰ ਐਮਰਜੈਂਸੀ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਵੱਡਾ ਮੋਰਚਾ ਲਾ ਦਿੱਤਾ, ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕੀਤੀਆਂ ਤੇ ਇੰਦਰਾ ਵੱਧ ਅਧਿਕਾਰ ਦੇਣ ਤੋਂ ਬਿਨਾਂ ਸਾਰੀਆਂ ਗੱਲਾਂ ਪੰਜਾਬ ਦੇ ਅਕਾਲੀਆਂ ਨੂੰ ਦੇਣ ਵਾਸਤੇ ਤਿਆਰ ਸੀ। ਬਾਕੀ ਅਕਾਲੀ ਲੀਡਰ ਲੈਣ ਵਾਸਤੇ ਵੀ ਤਿਆਰ ਸੀ, ਪਰ ਇਕੱਲਾ ਬਾਦਲ ਅੜ ਗਿਆ, ਕਹਿਣ ਲੱਗਿਆ ਨਹੀਂ, ਅਸੀਂ ਤਾਂ ਪੰਜਾਬ ਵਾਸਤੇ ਵੱਧ ਅਧਿਕਾਰ ਲੈ ਕੇ ਛੱਡਾਂਗੇ। ਜਿਵੇਂ ਕਿ ਅੱਜ ਕੱਲ੍ਹ ਖਾਲਿਸਤਾਨ ਦੀਆਂ ਗੱਲਾਂ ਕਰਦੇ ਨੇ, ਇਹਦੇ ਨੇੜੇ ਤੇੜੇ ਦੀ ਗੱਲ ਬਾਦਲ ਵੀ ਕਦੇ ਕਰਿਆ ਕਰਦਾ ਸੀ ਤੇ ਇੰਦਰਾ ਗਾਂਧੀ ਨੇ ਉਸ ਵੱਡੀ ਗੱਲ ਨੂੰ ਨਾ ਮੰਨਿਆ ਤੇ ਫਿਰ ਗੱਲ ਅੱਗੇ ਵੱਧਦੀ ਚਲੀ ਗਈ। ਇਸ ਤੋਂ ਬਾਅਦ ਬਾਦਲ ਨੇ ਖੁਦ, ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਭਾਰਤ ਦਾ ਸੰਵਿਧਾਨ ਪਾੜਿਆ ਤੇ ਇਸ ਨੂੰ ਅੱਗ ਲਾਈ ਤੇ ਇਹਦੇ ਤੇ ਮੁਕੱਦਮੇ ਦਰਜ ਹੋਏ ਤੇ ਫਿਰ ਇਹਨੇ ਥੋੜ੍ਹੀਆਂ ਬਹੁਤੀਆਂ ਪੇਸ਼ੀਆਂ ਤੇ ਗਿਆ ਤੇ ਅੰਤ ਨੂੰ ਅਦਾਲਤ ਦੇ ਵਿੱਚ ਵਕੀਲ ਤੋਂ ਇਹ ਅਖਵਾ ਦਿੱਤਾ ਕਿ ਅਸਲੀ ਸੰਵਿਧਾਨ ਮੈਂ ਥੋੜ੍ਹਾ ਹੀ ਸਾੜਿਆ ਸੀ, ਮੈਂ ਤਾਂ ਫੋਟੋ ਕਾਪੀ ਸਾੜੀ ਸੀ, ਉਹਦੀ ਨਕਲ ਸੀ, ਅਸਲੀ ਸੰਵਿਧਾਨ ਨਹੀਂ ਸੀ ਤੇ ਇਸੇ ਕਰਕੇ ਇਹਨੂੰ ਫਿਰ ਬਰੀ ਕਰ ਦਿੱਤਾ ਗਿਆ, ਕਿਉਂਕਿ ਅੰਦਰ ਖਾਤੇ ਰਾਜਨੀਤਿਕ ਲੋਕ ਮਿਲੇ ਹੋਏ ਹੁੰਦੇ ਨੇ। ਇਸੇ ਤਰ੍ਹਾਂ 1978 ਦੀ ਦੁਖਦਾਈ ਘਟਨਾ ਜਿਹੜੀ ਨਿਰੰਕਾਰੀ ਕਾਂਡ ਹੋਇਆ ਅੰਮ੍ਰਿਤਸਰ ਦੇ ਵਿੱਚ, ਇਹ ਵੀ ਬਾਦਲ ਦੇ ਰਾਜ ਵਕਤ ਅਕਾਲੀ ਸਰਕਾਰ ਵੇਲੇ ਹੋਇਆ ਸੀ ਤੇ ਅਕਾਲੀ ਸਰਕਾਰ ਨੇ ਉਹਨਾਂ ਸਾਰੇ ਦੇ ਸਾਰੇ ਨਿਰੰਕਾਰੀਆਂ ਨੂੰ ਸਹੀ ਸਲਾਮਤ ਪੰਜਾਬ ਤੋਂ ਬਾਹਰ ਜਾਣ ਦਾ, ਆਪਣੇ ਘਰਾਂ ਨੂੰ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ ਸੀ ਤੇ ਫਿਰ ਮੁਕੱਦਮਾ ਵੀ ਅੰਮ੍ਰਿਤਸਰ ਤੋਂ ਬਦਲ ਕੇ ਕਰਨਾਲ ਕਰਵਾ ਦਿੱਤਾ ਗਿਆ ਸੀ ਤੇ ਉੱਥੋਂ ਕੁਝ ਸਮੇਂ ਦੇ ਅੰਦਰ ਅੰਦਰ ਸਾਰੇ ਦੇ ਸਾਰੇ ਜਿਨ੍ਹਾਂ ਨਿਰੰਕਾਰੀਆਂ ਨੂੰ ਕਾਤਲ ਕਿਹਾ ਜਾਂਦਾ ਸੀ ਉਹ ਸਾਰੇ ਬਰੀ ਹੋ ਗਏ
ਤੇ ਇਹ ਭਾਰਤ ਦਾ ਕਾਨੂੰਨ ਹੈ ਕਿ ਉਸ ਨਿਯਮ ਦੇ ਮੁਤਾਬਕ ਆਪਾਂ ਜੇ ਮੁਕੱਦਮਾ ਸੈਸ਼ਨ ਕੋਰਟ ਦੇ ਵਿੱਚੋਂ ਸਾਡੇ ਵਿਰੁੱਧ ਚਲਾ ਗਿਆ ਤਾਂ 30 ਦਿਨਾਂ ਦੇ ਅੰਦਰ ਅੰਦਰ ਆਪਾਂ ਹਾਈ ਕੋਰਟ ਜਾ ਸਕਦੇ ਹਾਂ, ਪਰ 30 ਦਿਨਾਂ ਤੋਂ ਵੱਧ ਸਮਾਂ ਨਹੀਂ ਲੰਘਣਾ ਚਾਹੀਦਾ। ਬਾਦਲ ਸਰਕਾਰ ਨੇ 30 ਦਿਨਾਂ ਤੋਂ ਸਮਾਂ ਜ਼ਿਆਦਾ ਲੰਘਾ ਦਿੱਤਾ। 30 ਦਿਨਾਂ ਦੇ ਅੰਦਰ ਸੈਸ਼ਨ ਕੋਰਟ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਅਪੀਲ ਨਾ ਕੀਤੀ ਤੇ ਇਸ ਕਰਕੇ ਜਦੋਂ ਹਾਈ ਕੋਰਟ 'ਚ ਗਏ ਤਾਂ ਉਹਨਾਂ ਨੇ ਕਹਿ ਦਿੱਤਾ ਹੁਣ ਸਮਾਂ ਲੰਘ ਚੁੱਕਿਆ ਹੋਇਆ ਹੈ। ਦੂਜਾ ਦੁਖਦਾਈ ਪਹਿਲੂ ਇਹ ਸੀ ਕਿ ਸਾਰਾ ਕੁਝ ਸਿੱਖ ਜਥੇਬੰਦੀਆਂ ਨੇ ਬਾਦਲ ਸਰਕਾਰ ਦੇ ਹਵਾਲੇ ਹੀ ਕਰ ਦਿੱਤਾ। ਹੋਰ ਕਿਸੇ ਜਥੇਬੰਦੀ ਨੇ ਲੋਕ ਹਿੱਤ ਵਿੱਚ ਨਿਰੰਕਾਰੀਆਂ ਦੇ ਵਿਰੁੱਧ ਸਮੇਂ ਦੇ ਅੰਦਰ ਉਹ ਮੁਕੱਦਮਾ ਦਰਜ ਨਾ ਕੀਤਾ ਸੈਸ਼ਨ ਕੋਰਟ ਤੋਂ ਹਾਈ ਕੋਰਟ ਦੇ ਵਿੱਚ, ਤੇ ਇਸ ਕਰਕੇ ਸਾਰੇ ਨਿਰੰਕਾਰੀ ਬਰੀ ਹੋ ਗਏ। ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਐਂਡ ਪਾਰਟੀ ਨੇ ਭਾਈ ਜਰਨੈਲ ਸਿੰਘ ਦੀ ਹਥਿਆਰਬੰਦ ਲੜਾਈ ਦਾ ਕਦੇ ਵੀ ਖੁੱਲ੍ਹ ਕੇ ਵਿਰੋਧ ਨਾ ਕੀਤਾ, ਸਗੋਂ ਅੰਦਰ ਖਾਤੇ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ। ਦਰਬਾਰ ਸਾਹਿਬ ਤੇ ਹਮਲੇ ਵਕਤ ਬਾਦਲ ਸਾਹਿਬ ਆਪਣੇ ਪਿੰਡ ਦੇ ਵਿੱਚ ਸੀ ਤੇ ਇਹਦੇ ਬੱਚੇ ਤੇ ਪਰਿਵਾਰ ਵਿਦੇਸ਼ ਦੇ ਵਿੱਚ ਗਿਆ ਹੋਇਆ ਸੀ ਤਾਂ ਕਿ ਮੇਰੇ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ। ਅਚਨਚੇਤੀ ਬਾਦਲ ਸਾਹਿਬ ਦਰਬਾਰ ਸਾਹਿਬ ਦੇ ਹਮਲੇ ਤੋਂ ਮਗਰੋਂ ਚੰਡੀਗੜ੍ਹ ਆਏ, ਪ੍ਰੈਸ ਕਾਨਫਰੰਸ ਕੀਤੀ ਤੇ ਸਿੱਖ ਫੌਜੀਆਂ ਨੂੰ ਵੰਗਾਰ ਪਾਈ। ਦਰਬਾਰ ਸਾਹਿਬ ਤੇ ਭਾਰਤ ਸਰਕਾਰ ਨੇ ਫੌਜੀ ਹਮਲਾ ਕਰ ਦਿੱਤਾ ਹੈ, ਤੁਸੀਂ ਬੈਰਕਾਂ ਛੱਡ ਦਿਓ, ਅੰਮ੍ਰਿਤਸਰ ਨੂੰ ਚਾਲੇ ਪਾ ਦਿਓ ਤੇ ਸਰਕਾਰ ਵਿਰੁੱਧ ਜਿੰਨੀ ਲੜਾਈ ਲੜ ਸਕੋ ਉਹ ਲੜੋ। ਇਹ BBC ਲੰਡਨ ਵਾਲਿਆਂ ਨੇ ਵਿਸਥਾਰ ਦੇ ਵਿੱਚ ਸਾਰੀ ਗੱਲ ਪਹਿਲਾਂ ਦਿੱਤੀ, ਉਸ ਤੋਂ ਬਾਅਦ ਫਿਰ ਸਾਰੇ ਅਖਬਾਰਾਂ 'ਚ ਵੀ ਛਪੀ ਤੇ ਪੱਤਰਕਾਰਾਂ ਨੇ ਆਪੋ ਆਪਣੇ ਢੰਗ ਨਾਲ ਇਹਨੂੰ ਪੇਸ਼ ਕੀਤਾ। ਇਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲੇ ਦੀ 1985 ਦੇ ਵਿੱਚ ਪੰਜਾਬ ਵਿੱਚ ਸਰਕਾਰ ਬਣ ਗਈ ਤੇ ਸੁਰਜੀਤ ਸਿੰਘ ਬਰਨਾਲੇ ਨੂੰ ਭਾਰਤ ਸਰਕਾਰ ਨੇ ਕਹਿ ਕੇ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਫਿਰ ਹਥਿਆਰਬੰਦ ਨੌਜਵਾਨ ਆ ਚੁੱਕੇ ਹੋਏ ਨੇ, ਉਹਨਾਂ ਨੂੰ ਕੱਢਣ ਵਾਸਤੇ ਪ੍ਰਬੰਧ ਕਰੋ। ਸੁਰਜੀਤ ਸਿੰਘ ਬਰਨਾਲੇ ਨੇ ਅੰਦਰ ਪੁਲਿਸ ਭੇਜ ਕੇ ਉਹਨਾਂ ਬਹੁਤ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨੂੰ ਬਲੈਕ ਥੰਡਰ ਕਿਹਾ ਜਾਂਦਾ ਹੈ। ਦਰਬਾਰ ਸਾਹਿਬ ਦੇ ਵਿੱਚ ਪੁਲਿਸ ਦਾਖਲ ਦਾ ਬਹਾਨਾ ਲੈ ਕੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਤੋਂ, ਕਿਉਂਕਿ ਇਹ ਵੀ ਵਿੱਚੇ ਸੀ ਪ੍ਰਕਾਸ਼ ਸਿੰਘ ਬਾਦਲ, ਇਹਨੇ ਆਪਣੇ ਹਮਾਇਤੀਆਂ ਨੂੰ ਕਹਿ ਦਿੱਤਾ ਕਿ ਇਸ ਸਰਕਾਰ ਤੋਂ ਹਮਾਇਤ ਵਾਪਸ ਲੈ ਲਈ ਜਾਵੇ ਕਿਉਂਕਿ ਇਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਇੱਕ ਪਾਸੇ ਪਹਿਲਾਂ ਫੌਜੀਆਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਆਓ ਸਰਕਾਰ ਦੇ ਨਾਲ ਲੜੋ ਤੇ ਹੁਣ ਕੁਝ ਹੋਰ ਇਹਦਾ ਬਦਲ ਗਿਆ ਰੰਗ ਢੰਗ। ਤੇ ਕੁਝ ਹੀ ਸਮੇਂ ਤੋਂ ਬਾਅਦ ਜਦੋਂ ਇਹਨੇ ਆਪਣੀ ਹਮਾਇਤ ਵਾਪਸ ਲੈ ਲਈ ਤਾਂ ਸੁਰਜੀਤ ਸਿੰਘ ਬਰਨਾਲਾ ਦੀ ਪੰਜਾਬ ਸਰਕਾਰ ਟੁੱਟ ਗਈ। ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਵਿੱਚ 2 ਲੱਖ ਨੌਜਵਾਨ ਮਾਰੇ ਗਏ ਤੇ ਬਾਦਲ ਪਰਿਵਾਰ ਸੁਖੀ ਵਸਦਾ ਰਿਹਾ। 2004 ਵਿੱਚ ਸਰਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਉਹਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਗਈ। ਬਾਦਲ ਸਾਹਿਬ ਉਹਦੇ ਨਾਲ ਸੀ। ਦਿੱਲੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਵਾਸਤੇ ਹੈਲੀਕਾਪਟਰ ਦੇ ਵਿੱਚ ਲੈ ਕੇ ਬਾਦਲ ਖੁਦ ਗਿਆ ਤੇ ਹੈਲੀਕਾਪਟਰ ਦੇ ਵਿੱਚ ਹੀ ਟੌਹੜਾ ਸਾਹਿਬ ਦੀ ਮੌਤ ਹੋ ਗਈ। ਉਹਨਾਂ ਦੀ ਪਤਨੀ ਦੇ ਬਿਆਨ ਅਖਬਾਰਾਂ ਦੇ ਵਿੱਚ ਛਪੇ ਹੋਏ ਪੜ੍ਹੇ ਜਾ ਸਕਦੇ ਨੇ, ਜਿਹੜੇ ਕਿ ਸਾਰੇ ਦੇ ਸਾਰੇ ਇਲਜ਼ਾਮ ਬਾਦਲ ਤੇ ਆਉਂਦੇ ਨੇ। ਇਸੇ ਤਰ੍ਹਾਂ ਕੈਪਟਨ ਕਮਲਜੀਤ ਸਿੰਘ ਦਾ ਸ਼ੱਕੀ ਢੰਗ ਦੇ ਨਾਲ ਐਕਸੀਡੈਂਟ ਹੋ ਗਿਆ, ਉਹਦੀ ਕੋਈ ਪੜਤਾਲ ਨਾ ਹੋਈ ਕਿ ਉਹਦਾ ਕਾਰਨ ਕੀ ਸੀ, ਭਾਵ ਕਿ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਕੋਈ ਵੀ ਹੀਲਾ ਵਰਤਿਆ ਜਾ ਸਕਦਾ ਹੈ। ਹਰਚੰਦ ਸਿੰਘ ਲੰਗੋਵਾਲ ਦੀ ਸ਼ੱਕੀ ਹਾਲਤ ਦੇ ਵਿੱਚ ਕਤਲ ਹੋ ਗਿਆ, ਉਹਦੀ ਕੋਈ ਪੜਤਾਲ ਨਹੀਂ ਹੋਈ, ਕੁਝ ਪਤਾ ਨਹੀਂ ਲੱਗਿਆ ਕਿ ਕਿਹਨਾਂ ਹਾਲਤਾਂ ਦੇ ਵਿੱਚ ਕਿਹਨਾਂ ਨੇ ਉਸ ਨੂੰ ਕਤਲ ਕੀਤਾ। ਬਾਅਦ ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਰਬੈਰੋ ਵਗੈਰਾ ਨੇ ਡਾਇਰੀਆਂ ਲਿਖੀਆਂ ਨੇ, ਡਾਇਰੀ ਦੇ ਪੰਨੇ, ਉਹਨਾਂ ਕਿਤਾਬਾਂ ਦੇ ਵਿੱਚ ਤਾਂ ਜ਼ਿਕਰ ਆ ਗਿਆ ਕਿ ਉਹਦੇ ਪਿਛੋਕੜ ਦੇ ਵਿੱਚ ਕੌਣ ਕੰਮ ਕਰ ਰਿਹਾ ਸੀ। ਇਸੇ ਤਰ੍ਹਾਂ ਰਾਮ ਰਹੀਮ ਨੂੰ ਬਚਾਉਣਾ ਅਤੇ ਮੁਕੱਦਮਾ ਵਾਪਸ ਲੈਣਾ, ਫਿਰ ਹੁਕਮਨਾਮਾ ਵੀ ਉਹਦੇ ਵਿਰੁੱਧ ਜਿਹੜਾ ਅਕਾਲ ਤਖਤ ਦੇ ਪੁਜਾਰੀ ਵੱਲੋਂ ਜਾਰੀ ਹੋਇਆ ਸੀ ਉਹ ਵੀ ਵਾਪਸ ਲੈਣਾ, ਤੇ ਬਠਿੰਡੇ ਜਿਹੜਾ ਰਾਮ ਰਹੀਮ ਦੇ ਵਿਰੁੱਧ ਮੁਕੱਦਮਾ ਦਰਜ ਹੋਇਆ ਸੀ ਉਹਨੂੰ ਵੀ ਵਾਪਸ ਲੈਣਾ, ਤੇ ਫਿਰ ਆਪਣੇ ਆਪ ਨੂੰ ਠੀਕ ਸਿੱਧ ਕਰਨ ਵਾਸਤੇ 92 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦਾ
ਇਸ਼ਤਿਹਾਰਾਂ ਦੇ ਉੱਤੇ ਖਰਚ ਕਰਵਾ ਦੇਣਾ 92 ਲੱਖ ਰੁਪਈਆ ਤੇ ਜਥੇਦਾਰਾਂ ਨੂੰ ਪੁਜਾਰੀਆਂ ਨੂੰ ਚੰਡੀਗੜ੍ਹ ਆਪਣੇ ਘਰ ਬੁਲਾ ਕੇ ਕੋਠੀ 'ਚ ਬੁਲਾ ਕੇ ਉਹਨਾਂ ਤੋਂ ਮਨਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾਉਂਦਾ ਰਿਹਾ। ਪੁਜਾਰੀ ਗੁਰਬਚਨ ਸਿੰਘ ਤੋਂ ਇਸੇ ਪ੍ਰਕਾਸ਼ ਸਿੰਘ ਬਾਦਲ ਨੇ 2011 ਵਿੱਚ ਪੰਥ ਰਤਨ ਅਤੇ ਫਖਰੇ ਕੌਮ ਦਾ ਸਨਮਾਨ ਲੈ ਲਿਆ। ਇਹਨਾਂ ਪੁਜਾਰੀਆਂ ਨੇ ਇਹ ਵੀ ਨਹੀਂ ਦੇਖਿਆ ਕਿ ਜਿਹੜਾ ਮੈਂ ਕੰਮ ਕਰ ਰਿਹਾ ਤੇ ਇਹਦੇ ਵਾਸਤੇ ਮੈਨੂੰ ਬਾਅਦ ਦੇ ਵਿੱਚ ਲਾਹਣਤਾਂ ਪੈਣਗੀਆਂ, ਪੰਥ ਦੇ ਕਰੋਪੀ ਦਾ ਮੈਨੂੰ ਸਾਹਮਣਾ ਕਰਨਾ ਪਵੇਗਾ। ਪਰ ਇਹਨਾਂ ਦੀ ਜਾਣੇ ਬਲਾ, ਇਹ ਤਾਂ ਆਪਣੀ ਜ਼ਮੀਰ ਵੇਚ ਕੇ ਆਉਂਦੇ ਨੇ ਤੇ ਧਨ ਦੌਲਤ ਕਮਾਉਂਦੇ ਨੇ, ਜਿਹੜੇ ਵੀ ਤਰੀਕੇ ਇਹਨਾਂ ਨੂੰ ਪੈਸਾ ਮਿਲ ਸਕੇ। ਇਸੇ ਤਰ੍ਹਾਂ ਹਰ ਵਾਰ ਚੋਣਾਂ ਸਮੇਂ ਦਰਬਾਰ ਸਾਹਿਬ ਤੇ ਹਮਲੇ ਦਾ ਇਹ ਸ਼ੋਰ ਮਚਾਉਂਦੇ ਨੇ ਅਕਾਲੀ ਲੀਡਰ ਕਿ ਸਾਡੇ ਦਰਬਾਰ ਸਾਹਿਬ ਤੇ ਕਾਂਗਰਸ ਨੇ ਹਮਲਾ ਕੀਤਾ, ਸਾਡੇ ਇੰਨੇ ਨੌਜਵਾਨ ਇਹਨਾਂ ਨੇ ਮਾਰ ਦਿੱਤੇ, ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਸਾਡੀ ਕੈਦੀਆਂ ਦੀ ਤੁਸੀਂ ਰਿਹਾਈ ਨਹੀਂ ਕਰਦੇ। ਇਹ ਸਾਰੇ ਸ਼ੋਸ਼ੇ ਬਹੁਤ ਇਹਨਾਂ ਨੇ ਛੱਡੇ ਨੇ, ਪਰ ਖੁਦ ਕਦੀ ਭਾਰਤ ਤੋਂ ਕੁਝ ਨਾ ਲਿਆ। ਬਾਦਲ ਸਾਹਿਬ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵਿੱਚ ਸ਼ਾਮਲ ਸਨ, ਭਾਈਵਾਲ ਸਨ ਇਹਨਾਂ ਦੇ ਬੰਦੇ, ਤੇ ਇਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੀ, ਪਰ ਉਦੋਂ ਇਹਨੇ ਕੁਝ ਵੀ ਨਾ ਲਿਆ। ਇਸੇ ਤਰ੍ਹਾਂ ਬਾਅਦ ਦੇ ਵਿੱਚ ਮੋਦੀ ਜੀ ਦੇ ਨਾਲ ਬਾਦਲ ਪਤੀ ਪਤਨੀ ਦਾ ਰਿਸ਼ਤਾ ਕਾਇਮ ਕਰਨ ਦੀਆਂ ਰੋਜ਼ਾਨਾ ਸਟੇਜ ਤੇ ਗੱਲਾਂ ਕਰਦੇ ਨੇ ਕਿ ਅਸੀਂ ਤਾਂ ਪਤੀ ਪਤਨੀ ਵਾਲਾ ਰਿਸ਼ਤਾ ਨਿਭਾ ਰਹੇ ਹਾਂ, ਤੇ ਇਹ ਮੋਦੀ ਜੀ ਤੋਂ ਵੀ ਕੁਝ ਪ੍ਰਾਪਤ ਨਾ ਕਰ ਸਕਿਆ। ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਸਿੱਖਾਂ ਲਈ ਇਨਸਾਫ ਜਾਂ ਪਾਣੀ ਦਾ SYL ਦਾ ਮਸਲਾ, ਇਹ ਕਦੀ ਵੀ ਬਾਦਲ ਨੇ ਆਪਣੀ ਗੱਦੀ ਤੇ ਬੈਠ ਕੇ ਉਠਾਉਣ ਦਾ ਜੋਖਮ ਨਹੀਂ ਉਠਾਇਆ। ਜਦੋਂ ਇਹ ਗੱਦੀ ਤੇ ਨਹੀਂ ਹੁੰਦਾ ਉਦੋਂ ਇਹਨੂੰ ਸਾਰੇ ਮਸਲੇ ਯਾਦ ਆ ਜਾਂਦੇ ਨੇ, ਤੇ ਜਦੋਂ ਗੱਦੀ ਤੇ ਹੁੰਦਾ ਉਦੋਂ ਸਾਰੇ ਮਸਲੇ ਭੁੱਲ ਜਾਂਦੇ ਨੇ। ਇਸੇ ਤਰ੍ਹਾਂ ਐਕਸੀਡੈਂਟ ਵਿੱਚ ਮਾਰੇ ਗਏ ਦੀਪ ਸਿੱਧੂ ਨੂੰ ਉਭਾਰਿਆ ਇਹਨਾਂ ਰਾਜਨੀਤਿਕ ਲੋਕਾਂ ਨੇ, ਖਾਸ ਕਰਕੇ ਸਿਮਰਜੀਤ ਸਿੰਘ ਮਾਨ ਨੇ ਇਹਨੂੰ ਜਰਨੈਲ ਸਿੰਘ ਦੀ ਰੂਹ ਵਾਲਾ ਆਖਿਆ ਕਿ ਭਾਈ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਰੂਹ ਦੀਪ ਸਿੱਧੂ ਦੇ ਵਿੱਚ ਪ੍ਰਵੇਸ਼ ਕਰ ਗਈ ਸੀ। ਜੇ ਇਹ ਜਿਉਂਦਾ ਰਹਿੰਦਾ ਤਾਂ ਇਹਨੇ ਬਹੁਤ ਵੱਡੇ ਵੱਡੇ ਕੰਮ ਕਰਨੇ ਸੀ। ਤੇ ਇਹਦੇ ਮਰਨ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੇ ਵੋਟਾਂ ਬਟੋਰਨ ਦਾ ਯਤਨ ਕੀਤਾ, ਪਰ ਉਹਦੀ ਬਦਕਿਸਮਤੀ, ਉਹਨੂੰ ਵੋਟਾਂ ਫਿਰ ਵੀ ਨਾ ਮਿਲੀਆਂ। ਉਹਦੇ ਵਾਸਤੇ ਸ਼੍ਰੋਮਣੀ ਕਮੇਟੀ ਨੇ ਖਰਚਾ ਕਰਕੇ ਫਤਿਹਗੜ੍ਹ ਸਾਹਿਬ ਵਾਸਤੇ, ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਵਿੱਚ ਬੇਅੰਤ ਪੈਸਾ ਖਰਚ ਕੇ ਲੱਖਾਂ ਲੋਕਾਂ ਵਾਸਤੇ ਲੰਗਰ ਵੀ ਬਣਾਇਆ, ਤੇ ਮਾਨ ਸਾਹਿਬ ਨੇ ਉੱਥੇ ਸਾਰੀ ਪ੍ਰਧਾਨਗੀ ਭਾਸ਼ਣ ਦਿੱਤੇ। ਫਿਰ ਇਸੇ ਤਰ੍ਹਾਂ ਇਹ ਭਾਈ ਸ਼ੁਭਦੀਪ ਸਿੰਘ, ਜਿਹਨੂੰ ਆਪਾਂ ਸਿੱਧੂ ਮੂਸੇਵਾਲਾ ਕਹਿੰਦੇ ਆ, ਇਹਨੂੰ ਕੈਸ਼ ਕਰਨ ਵਾਸਤੇ ਇਹ ਸਾਰਾ ਡਰਾਮਾ ਰਚਿਆ ਗਿਆ। ਇਹਦੀ ਅਚਨਚੇਤੀ ਦੁਖਦਾਈ ਮੌਤ ਹੋਈ। ਅਸੀਂ ਪਰਿਵਾਰ ਦੇ ਨਾਲ ਪੂਰੀ ਤਰ੍ਹਾਂ ਹਮਦਰਦੀ ਪ੍ਰਗਟ ਕਰਦੇ ਹਾਂ। ਇੱਕੋ ਇੱਕ ਹੋਣਹਾਰ ਨੌਜਵਾਨ ਜਿਹਨੇ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਈ ਸੀ, ਤੇ ਉਹ ਮਾਤਾ ਪਿਤਾ ਦੇ ਹੁੰਦਿਆਂ ਉਹਨਾਂ ਤੋਂ ਸਦਾ ਲਈ ਵਿਛੜ ਗਿਆ, ਤੇ ਉਹ ਦੁੱਖ ਬਹੁਤ ਭਾਰੀ ਹੈ, ਨਾ ਭੁੱਲਣ ਯੋਗ ਹੈ। ਪਰ ਇਹਨਾਂ ਲੋਕਾਂ ਨੇ ਉਹਦੇ ਵੀ ਲਾਸ਼ ਦੇ ਉੱਤੇ ਰੋਟੀਆਂ ਸੇਕਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਜਿਹੜੇ ਆਪਸ ਦੇ ਵਿੱਚ ਇੱਕ ਦੂਜੇ ਦੇ ਜਾਨੀ ਦੁਸ਼ਮਣ ਸੀ ਅਕਾਲੀ ਲੀਡਰ, ਕਿਤੇ ਪਰਮਜੀਤ ਸਿੰਘ ਸਰਨਾ, ਕਿਤੇ ਮਨਜਿੰਦਰ ਸਿੰਘ ਸਿਰਸਾ, ਕਿਤੇ GK, ਕਿਤੇ ਸਿਮਰਜੀਤ ਸਿੰਘ ਮਾਨ, ਸੁਖਬੀਰ ਸਿੰਘ ਬਾਦਲ ਇਕੱਠੇ ਹੋ ਕੇ ਮੀਟਿੰਗਾਂ ਕਰ ਰਹੇ ਨੇ ਕਿ ਆਪਾਂ ਇੱਕ ਸਾਂਝਾ ਉਮੀਦਵਾਰ ਖੜਾ ਕਰੀਏ ਤਾਂ ਕਿ ਚੋਣਾਂ ਦੇ ਵਿੱਚ ਆਪਾਂ ਜਿੱਤ ਸਕੀਏ, ਹਾਰ ਨਾ ਹੋ ਜਾਵੇ ਕਿਤੇ। ਤੇ ਜਿਹੜੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ, ਉਹਨੂੰ ਵੀ ਟਿਕਟ ਦੇ ਦਿੱਤੀ ਕਿ ਤੂੰ ਅਕਾਲੀ ਦਲ ਵੱਲੋਂ ਚੋਣ ਲੜ। ਬਲਵੰਤ ਸਿੰਘ ਰਾਜੋਆਣਾ ਜੇਲ੍ਹ ਦੇ ਵਿੱਚ ਬੰਦ ਹੈ, ਉਹਦੀ ਕੈਦ ਨੂੰ ਕੈਸ਼ ਕਰਨ ਵਾਸਤੇ ਉਹਦੀ ਭੈਣ ਨੂੰ ਟਿਕਟ ਦਿੱਤੀ। ਅਤੇ ਹੁਣ ਨਾਲੇ ਸਿੱਧੂ ਮੂਸੇਵਾਲਾ ਦਾ ਇਹ ਸ਼ੋਰ ਮਚਾਉਣਗੇ ਕਿ ਉਹ ਤਾਂ ਸਾਡਾ ਆਪਣਾ ਬੰਦਾ ਸੀ, ਅਸੀਂ ਉਹਦੀ ਹਮਾਇਤ ਦੇ ਵਿੱਚ ਕੰਮ ਕਰ ਰਹੇ ਹਾਂ, ਪਰ ਆਪਣੀਆਂ ਰੋਟੀਆਂ ਉਹਨਾਂ ਦੇ ਸਿਵਿਆਂ ਤੇ ਇਹ ਲੋਕ ਸੇਕਦੇ ਨੇ। ਤੇ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਵਾਲੇ, ਆਪ ਜੀ ਨੂੰ ਪਤਾ ਹੋਵੇ ਕਿ
भाई रणजीत सिंह ढड्डरियां वाले का एक साथी भाई भुपिंदर सिंह वो छबील ला के कुछ गुंडियां वालों पहला कतल कर दिता गया सी। उदों भी एक पासे तो जिन्हां ने कतल किया उहदी हमायत दे विच बड़े बड़े डेरेदार आदिक बयान दे रहे ने कि हाँ असीं कीता है, ते दूजे पासे भाई रणजीत सिंह नाल हमदर्दी प्रगट करन वास्ते वड्डे तो वड्डे लीडर आ रहे सी कि असीं तुहाडे नाल आ, पर दोषियां नूं जेल च भेजना, छेती इंसाफ दिवाउणा ते उन्हां नूं सलाखां पिछे बंद करना, उम्र कैद जां फांसी लगवाउणी, ते उहदे वास्ते किसी ने कोई गंभीर काम ना कीता। पर हाँ झूठे उन्होंने मगरमच्छ दे हंझू भाई रणजीत सिंह कोले आके बहुत बहाए, पर इंसाफ का किते नामो निशान नहीं लभ्या। हाली तक उहदा कोई फैसला नहीं होया। इसे तरह सिद्धू मूसेवाले दे मगरमच्छ दे हंझू बहाउण वास्ते बहुत बड़े बड़े लीडर जिहड़े कि केंद्र सरकार दे विच भी ने, अमित शाह जी चंडीगढ़, उन्होंने सिद्धू मूसेवाले दे माता पिता नूं बुलाया ते दुख साझा करन दा नाटक कीता। इन्हां नूं दुख दख नहीं हुंदा किसी दा, ये तां नाटकबाजी कर रहे हुंदे ने, क्योंकि चोणां दा दौर चल रहा है। 3-4 सूबियां दे विच चोणां होणीਆਂ ने ते उन्हां दियां कुछ गल्लां 10-15 मिनट सुन लईआं। ते इसे तरह मूसे पिंड दे विच लगभग सारे दे सारे लीडर परिवार नाल हमदर्दी प्रगट करन गए ते लखां दे हजूम उहदे संस्कार वेले इकट्ठे हो गए। ते उहदे भोग ते अजे 8 तरीक नूं हो सकदा है होर वड्डे इकट्ठ हो जाण। जदों वो कीरतपुर अस्थियां पाउण वास्ते गए उत्थे भी बहुत सारी दुनिया पहुँच गई, पर यह सारा कुछ वोटां प्राप्त करन वास्ते कर रहे ने, क्योंकि इन्हां सारियां तो पंजाब दीयां गद्दियां तां खुसी गईयां। भगवंत सिंह मान इत्थे मुख मंत्री बन गया ते इन्हां नूं रड़क रहा है, कोई तरीका नहीं लभ रहा। उन्हें रेत माफिया अते होर जिहड़े तरह तरह के केबल माफिया ते नशा तस्करी आदिक दे किन्ने सारे मसलिਆਂ नूं उन्हें सामने लै आंदा ते उन्हां नूं खत्म करन वास्ते उपराले करने शुरू कर दिते। ते नाल नाल आ जिहड़ियां शामलाट जमीनां ने वो लोकां तो छड़ा के पंचायतां नूं देण दा प्रबंध शुरू कर दिता। इस तरह लगातार वो काम कर रहा सी। जे वो इस तरह ही काम करदा रहा, इन्हां नूं लगदा सी ते मुड़ के साडे कोले कदे भी गद्दी नहीं आउणी। ये पड़तालां, ये बेईमानियां, ये हेरा फेरियां, ये लुट्टां खोहां जिहड़ियां पहले लीडरां ने कीतियां ने, उन्हां नूं लगदा सी ये साडीआं भी पड़तालां हो जाणगीआं ते शायद साडे चों भी बहुते जेल੍ਹਾਂ 'ਚ जावांगे। ते ये काम दी शुरुआत भी भगवंत सिंह मान ने कर दित्ती सी। इन्हां नूं कांबा छड़ गया ते हुण ये उहनूं किसी भी तरीके बदनाम करना चाहुंदे सन ते ਉਹ इन्हां ने एडे वड्डे इकट्ठ तां कीते ने कि लोकां नूं पता लगे कि ये मान तां बहुत माड़ा है, असीं बहुत चंगे हाँ, इन्नी दुनिया ये कहंदी है। सोच के देखो, जिस मान नूं तुसीं इन्नियां ज़्यादा वोटां पा के 92 उहदे MLA जिता दिते, जे वो माड़ा सी कि वो पंजाब दे सारे लोग माड़े ने? जे सिद्धू मूसेवाला तुहानूं राजनीतिक लोकां नूं चंगा लगदा हुंदा तां उहनूं तुसीं ना हराउंदे, उहनूं तुसीं वोटां 'च खड़ा कीता सी, क्योंकि उदों मान दी चढ़त सी ते तुहानूं लगदा सी एडा वड्डा कोई गायक, कोई होर जिहड़ा बंदा सी उही जित सकदा है, आम कांग्रेसी जां आम अकाली उत्थों जित नहीं सकेगा। तुसीं उहनूं वरतण दा यतन कीता सी ते पर ਉਹ ਤੁਸੀਂ कामयाब ना होए। जे ਤੁਹਾਨੂੰ ਇੰਨਾ ਚੰਗਾ ਲੱਗਦਾ ਸੀ ਤਾਂ ਉਦੋਂ ਵੋਟਾਂ ਵੀ ਉਹਨੂੰ ਪਾ ਕੇ ਜਿਤਾ ਦਿੰਦੇ। ਵੋਟਾਂ ਵੇਲੇ ਤਾਂ ਸਾਰੇ ਪਿੱਛੇ ਹਟ ਗਏ, ਪਰ ਬਾਅਦ ਦੇ ਵਿੱਚੋਂ ਬਹੁਤ ਚੰਗਾ ਬਣ ਗਿਆ, ਪਰ ਉਹ ਮੌਤ ਤੋਂ ਬਾਅਦ ਚੰਗਾ ਲੱਗਿਆ ਤੁਹਾਨੂੰ। ਇਸੇ ਤਰ੍ਹਾਂ ਇਹ ਲੋਕ ਸਭ ਕੁਝ ਵਿਸਾਰ ਕੇ ਸਿਵਿਆਂ ਤੇ ਰੋਟੀਆਂ ਪਕਾ ਰਹੇ ਨੇ। ਕੱਲਾ ਮਾਨ ਹੀ ਨਹੀਂ, ਬਾਦਲ ਪਰਿਵਾਰ ਤੁਸੀਂ ਸੋਚੋ, इन्हां चों कदे कोई मरिया नहीं, इन्हां दे घर दे किसी जी नूं आंच नहीं आई। मान दा कोई परिवार नहीं मरिया, भाव के सिमरजीत सिंह मान, बादल परिवार दा कोई जी नहीं मरिया। इन्हां ने लोकां दे पुत मरवाए ने ते खुद राज सत्ता दा सुख माणदे रहे ने। मुख पुजारी भाई हरप्रीत सिंह अज
ਜਦੋਂ 6 ਤਰੀਕ ਨੂੰ 6 ਜੂਨ ਨੂੰ ਉਹਨੇ ਸਿੱਖ ਸੰਗਤਾਂ ਦੇ ਨਾਂ ਤੇ ਸੰਦੇਸ਼ ਦਿੱਤਾ ਤੇ ਉੱਥੇ ਪੜ੍ਹਾਈ ਦੀ, ਵਿਦਿਆ ਦੀ, ਅਕਲ ਦੀ, ਨਸ਼ੇ ਛੱਡਣ ਦੀ ਇਹ ਗੱਲ ਕਰਨ ਦੀ ਥਾਵੇਂ ਉਹਨੇ ਹਥਿਆਰਾਂ ਦੀ ਸਿੱਖਿਆ ਦੇਣ ਦਾ ਐਲਾਨ ਕੀਤਾ ਕਿ ਮੈਂ ਸਿੱਖ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਦਾ ਪ੍ਰਬੰਧ ਕਰਵਾਵਾਂਗਾ। ਸਿੱਖ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਨੇ। ਉਹ ਭਲਿਓ ਸੋਚ ਕੇ ਦੇਖੋ, ਤੁਸੀਂ ਆਪਣੇ ਛੋਟੇ ਛੋਟੇ ਹਥਿਆਰਾਂ ਨਾਲ ਕਿਸੇ ਵੱਡੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕੋਗੇ। ਭਾਰਤ ਸਰਕਾਰ ਸਾਡੇ ਨਾਲੋਂ ਬਹੁਤ ਵੱਡੀ ਤਾਕਤ ਰੱਖਦੀ ਹੈ ਤੇ ਯਾਦ ਰੱਖੋ, ਅੱਜ ਅਸੀਂ ਭਾਰਤ ਦਾ ਇੱਕ ਅੰਗ ਹਾਂ। ਇਹਨਾਂ ਤੋਂ ਵੱਖਰੇ ਹਥਿਆਰਬੰਦ ਲੜਾਈ ਨਹੀਂ ਲੜ ਸਕਦੇ। ਵੱਖਰੇ ਹੋਣ ਵਾਸਤੇ, ਆਪਣੀਆਂ ਮੰਗਾਂ ਮਨਵਾਉਣ ਵਾਸਤੇ, ਜਿਵੇਂ ਕਿਸਾਨ ਭਾਈਆਂ ਨੇ 1 ਸਾਲ ਤੱਕ ਸ਼ਾਂਤਮਈ ਮੋਰਚਾ ਲਾਇਆ ਤੇ ਬਹੁਤ ਸਾਰੀਆਂ ਆਪਣੀਆਂ ਮੰਗਾਂ ਮਨਵਾ ਲਈਆਂ। ਅੰਗਰੇਜ਼ਾਂ ਦੇ ਵਿਰੁੱਧ ਵੀ ਸ਼ਾਂਤਮਈ ਮੋਰਚੇ ਸਿੱਖ ਅਤੇ ਗੈਰ ਸਿੱਖ ਲਾਉਂਦੇ ਰਹੇ ਤੇ ਇਸੇ ਤਰ੍ਹਾਂ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਸ਼ਾਂਤਮਈ ਮੋਰਚੇ ਲਾਉਂਦੇ ਰਹੇ। ਅੱਜ ਵੀ ਸਾਨੂੰ ਲੋਕਤੰਤਰ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਆਪਣਾ ਰੋਸ ਪ੍ਰਗਟ ਕਰਨ ਦੀ ਇਜਾਜ਼ਤ ਹੈ। ਹਥਿਆਰਬੰਦ ਹੋ ਕੇ ਅਸੀਂ ਲੜਾਈ ਭਾਰਤ ਸਰਕਾਰ ਨਾਲ ਨਹੀਂ ਲੜ ਸਕਦੇ, ਨਾ ਲੜਨੀ ਚਾਹੀਦੀ ਹੈ। ਤੇ ਹੁਣ ਤਾਂ ਇੱਥੋਂ ਤੱਕ ਦਰਬਾਰ ਸਾਹਿਬ ਤੇ ਫੌਜੀ ਹਮਲਾ ਬਾਦਲ ਅਤੇ ਟੌੜੇ ਦੀਆਂ ਲਿਖੀਆਂ ਚਿੱਠੀਆਂ ਤੋਂ ਬਾਅਦ ਸਾਫ਼ ਹੋ ਗਿਆ ਕਿ ਇਹਨਾਂ ਨੇ ਖੁਦ ਚਿੱਠੀਆਂ ਲਿਖੀਆਂ ਸੀ ਭਾਰਤ ਸਰਕਾਰ ਨੂੰ ਕਿ ਤੁਸੀਂ ਦਰਬਾਰ ਸਾਹਿਬ 'ਚ ਫੌਜ ਭੇਜੋ। ਇਹ ਚਿੱਠੀਆਂ ਅਖਬਾਰਾਂ 'ਚ ਛਪ ਚੁੱਕੀਆਂ ਹੋਈਆਂ ਨੇ। ਉਹ ਕਿਉਂ ਲਿਖੀਆਂ ਸੀ? ਕਿਉਂਕਿ ਸਾਰੀ ਗੋਲਕ ਦੇ ਉੱਤੇ ਕਬਜ਼ਾ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬੰਦਿਆਂ ਨੇ ਕਬਜ਼ਾ ਕਰ ਲਿਆ ਸੀ। ਸਾਰੀਆਂ ਗੋਲਕਾਂ ਤੇ ਲੱਖਾਂ ਕਰੋੜਾਂ ਰੁਪਈਆ ਉਹਨਾਂ ਕੋਲੇ ਜਾ ਰਿਹਾ ਸੀ ਤੇ ਬਾਦਲ ਟੌੜੇ ਕੋਲੇ ਗੋਲਕਾਂ ਦਾ ਪੈਸਾ ਨਹੀਂ ਆ ਰਿਹਾ ਸੀ। ਤੇ ਗੁਰੂ ਪਿਆਰ ਵਾਲਿਓ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਮਾਨ ਸਾਹਿਬ ਦੀ ਆਪ ਸਰਕਾਰ ਹੈ, ਭਗਵੰਤ ਸਿੰਘ ਮਾਨ ਜੀ ਦੀ, ਉਹ ਸਾਰੀ ਉਹਨੂੰ ਪੈਰਾਂ ਤੋਂ ਉਖਾੜਨ ਵਾਸਤੇ, ਕਮਜ਼ੋਰ ਕਰਨ ਵਾਸਤੇ ਤੇ ਪੰਜਾਬ ਨੂੰ ਫਿਰ ਬਲਦੀ ਦੇ ਬੁੱਥੇ ਝੋਕਣ ਵਾਸਤੇ ਇਹਨਾਂ ਫੇਲ ਹੋ ਚੁੱਕੇ ਰਾਜਨੀਤਿਕ ਲੀਡਰਾਂ ਨੇ ਇਹ ਸਟੰਟ ਰਚਿਆ ਹੋਇਆ। ਕਦੀ ਇਹ ਕਿਸੇ ਦੀ ਮੌਤ ਦੇ ਉੱਤੇ ਮਗਰਮੱਛ ਦੇ ਹੰਝੂ ਸੁੱਟਦੇ ਨੇ ਤੇ ਕਦੀ ਕਿਸੇ ਦੀ ਮੌਤ ਦੇ ਉੱਤੇ ਇਕੱਠੇ ਹੋ ਜਾਂਦੇ ਨੇ। ਇਹਨਾਂ ਨੇ ਜਦੋਂ ਆਪਣਾ ਰਾਜ ਸੀ ਉਦੋਂ ਪੰਜਾਬ ਵਾਸਤੇ ਕੀ ਕੀਤਾ, ਸੋਚਣ ਵਾਲੀ ਗੱਲ ਹੈ। ਪੰਜਾਬ ਨੂੰ ਬਰਬਾਦੀ ਦੇ ਕੰਢੇ ਪਹੁੰਚਾ ਦਿੱਤਾ। ਅੱਜ ਪੰਜਾਬ ਭਾਰਤ ਦੇ ਵਿੱਚ ਜਿਹੜਾ ਕਦੇ ਪਹਿਲੇ ਦਰਜੇ ਤੇ ਹੁੰਦਾ ਸੀ, ਇਹ 22ਵੇਂ 23ਵੇਂ ਨੰਬਰ ਤੇ ਪਹੁੰਚ ਚੁੱਕਿਆ ਹੋਇਆ। ਇਹ ਇਹਨਾਂ ਦੀਆਂ ਕਰਤੂਤਾਂ ਕਰਕੇ ਹੋਇਆ। ਤੇ ਕਿੰਨੇ ਸਾਲ ਤੱਕ ਬਾਦਲ ਪਰਿਵਾਰ ਇੱਥੇ ਰਾਜ ਕਰ ਗਿਆ, ਕਿੰਨੇ ਸਾਲ ਤੱਕ ਕਾਂਗਰਸ ਰਾਜ ਕਰ ਗਈ। ਤੇ ਆਪਾਂ 5 ਸਾਲ ਦਾ ਸਮਾਂ ਭਗਵੰਤ ਸਿੰਘ ਮਾਨ ਜੀ ਨੂੰ ਵੀ ਦਈਏ ਤਾਂ ਕਿ ਉਹ ਕੁਝ ਸਮੇਂ ਦੇ ਅੰਦਰ 5 ਸਾਲ ਦੇ ਵਿੱਚ ਪੰਜਾਬ ਵਾਸਤੇ ਸੱਚਮੁੱਚ ਕੋਈ ਆਸ਼ਾਵਾਦੀ ਚੰਗਾ ਕੰਮ ਕਰਕੇ, ਲੋਕ ਭਲੇ ਦਾ, ਲੋਕ ਹਿੱਤ ਦਾ ਕੰਮ ਕਰਕੇ ਸਾਨੂੰ ਕੁਝ ਰਾਹਤ ਮਿਲ ਸਕੇ। ਨਹੀਂ ਤਾਂ ਅਸੀਂ ਇਹਨਾਂ ਲੋਕਾਂ ਨੇ ਬੜੇ ਲੁੱਟੇ ਆ, ਬੜੇ ਕੁੱਟੇ ਆ, ਬਹੁਤ ਮਰਵਾਏ ਆ, ਜੇਲ੍ਹੀਂ ਭੇਜੇ ਆ। ਇਹਨਾਂ ਨੇ ਮੌਤ ਨੂੰ ਹੱਲਾਸ਼ੇਰੀ ਬਹੁਤ ਦਿੱਤੀ ਹੈ, ਮਰਨ ਨੂੰ ਹੱਲਾਸ਼ੇਰੀ ਬਹੁਤ ਦਿੱਤੀ ਹੈ ਤੇ ਮਰ ਗਏ ਪ੍ਰਾਣੀਆਂ ਦੇ ਪਰਿਵਾਰਾਂ ਨੂੰ ਪੈਸੇ ਟਕੇ ਵੀ ਦਿੱਤੇ ਹੋਣਗੇ, ਪਰ ਆਪ ਕਦੀ ਨਹੀਂ ਮਰਦੇ। ਇਹ ਲੋਕਾਂ ਨੂੰ ਹੱਲਾਸ਼ੇਰੀ ਦੇ ਕੇ ਮਰਵਾਉਂਦੇ ਨੇ। ਸੋ ਸਾਵਧਾਨ ਰਹਿਣਾ। ਇਹ ਬਹੁਤ ਸ਼ਾਤਰ ਅਤੇ ਚਾਲਬਾਜ਼ ਲੀਡਰ ਨੇ। ਇਹਨਾਂ ਨੇ ਦੁਸ਼ਮਣਾਂ ਨੇ ਵੀ ਏਕਤਾ ਕਰ ਲਈ ਹੈ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਫੇਲ ਕਰਨ ਵਾਸਤੇ। ਕਿਵੇਂ ਇਹ ਮੜੀਆਂ ਦੇ ਉੱਤੇ ਆਪਣੀਆਂ ਲਗਾਤਾਰ ਰੋਟੀਆਂ ਸੇਕਦੇ ਨੇ, ਕੁਰਸੀਆਂ ਪ੍ਰਾਪਤ ਕਰਨਾ ਚਾਹੁੰਦੇ ਨੇ। ਇਹਨਾਂ ਗੱਲਾਂ ਦੇ ਵਿੱਚ ਤੁਸੀਂ ਵੀ ਵਿਚਾਰ ਕਰਨ ਦਾ ਉਪਰਾਲਾ ਜ਼ਰੂਰ ਕਰਨਾ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।